ਸ਼੍ਰੀ ਅਕਾਲ ਦੋਸਤੋ, मैं हरिंदर सिंह गिल ते प्रोग्राम खेती ते किसान लैके मैं हाज़र हाँ। इस प्रोग्राम के अज असी गलबात करांगे साड़ियां रवायती फसलों को खत्म करके GM फसलां जिहड़ियां आ वो धक्के नाल साडी धरती दे उत्ते उगाईयां जा रही ने। सो इस प्रोग्राम के साडे गैसट ने डॉक्टर कवलजीत सिंह सिद्धू, जिन्हां नाल असीं अज दी समुची गलबात करांगे ते उन्हां तों जाणांगे कि GM फसलां जिहड़ियां आ वो है की। सो सब तो पहलां सिद्धू साहब का स्वागत करते हैं। सत श्री अकाल सिद्धू साहब। सत श्री अकाल गिल साहब। सिद्धू साहब, GM फसलों की गल जी वो असी करांगे इस प्रोग्राम के विच। पहला मैं ये चाहूँगा कि दर्शकों को तुसीं दसो कि GM फसलां जिहड़ियां ये हैं की। गिल साहब, पहला तो मैं चैनल देख रहे सारे दर्शकों का स्वागत करता हाँ। जदों असी GM फसलों की गल करते हैं तो GM फसलां जेनेटिक मॉडिफाई जी जिन्हां फसलों नूं एक खास तकनीक दे नाल तैयार किया जाए उन्हां नूं असी GM फसलां कहने आ। मिसाल के तौर के उत्ते की सीगा कि जिस तरह साडे कोले पंजाब दे विच जिहड़ी जेनेटिक मॉडिफाई जिहड़ी फसल आई ਉਹਦੇ ਵਿੱਚ ਜਿਹੜਾ ਸਾਡੇ ਨਰਮਾ ਕਪਾਹ ਦੀ ਮੈਂ ਗੱਲ ਕਰ ਲਵਾਂ, BT ਕਾਟਨ ਦੀ ਜੇ ਗੱਲ ਕਰ ਲਵਾਂ ਤਾਂ BT ਕਾਟਨ ਜਿਹੜੀ ਸੀਗੀ ਉਹ ਸਾਡੇ ਕੋਲੇ ਆਈ ਆ। ਔਰ ਉਹਨਾਂ ਨੂੰ ਕੀ ਕੀਤਾ ਜਾਂਦਾ ਵੀ ਇੱਕ ਬੂਟੇ ਨੂੰ ਕਿਸੇ ਵੀ ਇੱਕ ਖਾਸ ਟੈਕਨੀਕ ਨਾਲ ਉਗਾਇਆ ਜਾਂਦਾ ਹੈਗਾ ਆ। ਔਰ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈ, ਕੋਈ ਬੈਕਟੀਰੀਅਮ ਜਿਹੜਾ ਹੈਗਾ ਆ ਉਹਦੇ ਵਿੱਚ ਟਰਾਂਸਪਲਾਂਟ ਕੀਤਾ ਜਾਂਦਾ ਆ। ਤੇ ਉਹ ਜਿਹੜੀ ਫਸਲ ਫਿਰ ਕੀ ਆ ਕਿ ਆਮ ਜਿਹੜੀ ਹਾਈਬ੍ਰਿਡ ਆ ਜਾਂ ਸਾਡੀ ਦੇਸੀ ਫਸਲ ਆ ਉਹ ਤੋਂ ਥੋੜਾ ਜਿਹਾ ਉਹ ਹਟ ਕੇ ਹੁੰਦੀ ਹੈ। ਜੀ जी 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 इन्हां दी कार्ड जिहड़ी आ वो किवें कड्ढी गई, किवें आईयां किवें? बिल्कुल गिल साहब, सवाल तुहाडा बहुत वधिया आ। ਇਹਦੀ ਜਿਹੜੀ ਕਾਰਡ ਆ ਉਹ ਕਿੱਦਾਂ ਕੱਢੀ ਗਈ ਹੈਗੀ ਆ, ਉਹਦੇ ਵਿੱਚ ਇਦਾਂ ਆ ਕਿ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਸਾਡੇ ਕੋਲੇ BT ਕਾਟਨ ਦੇ ਰੂਪ 'ਚ ਆਈ ਆ ਤਾਂ ਕੀ ਕੀਤਾ ਗਿਆ ਸੀਗਾ ਕਿ ਇੱਕ ਬੂਟਾ ਸਾਡੇ ਇੱਥੇ ਕੀ ਹੋਇਆ ਸੀਗਾ ਵੀ ਜਦੋਂ ਮਾਲਵਾ ਬੈਲਟ ਦੇ ਵਿੱਚ ਕਪਾਹ ਦੀ ਖੇਤੀ ਦੀ ਅਸੀਂ ਗੱਲ ਕਰਦੇ ਹਾਂ ਵੀ ਉੱਥੇ ਫੇਲ ਹੋਈ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਸੁੰਡੀ ਸੀਗੀ ਔਰ ਕੀਟ ਸੀਗੇ ਉੱਤੇ ਹਮਲਾਵਰ ਹੋਏ। ਯਾਨੀ ਕੱਲੀ ਕਪਾਹ ਹੀ ਨਹੀਂ, ਬਹੁਤ ਸਾਰੀਆਂ ਫਸਲਾਂ 'ਤੇ ਜਦੋਂ ਕੋਈ ਕੀਟ ਹਮਲਾਵਰ ਹੋ ਜਾਂਦਾ ਤੇ ਉਹਦੇ ਤੇ ਜਿਹੜੀ ਅਸੀਂ ਪੈਸਟੀਸਾਈਡ ਜਾਂ ਇਨਸੈਕਟੀਸਾਈਡ ਜਾਂ ਫੰਗੀਸਾਈਡ ਅਸੀਂ ਉਹਦੇ ਉੱਤੇ ਵਰਤਦੇ ਆ, ਜਦੋਂ ਉਹਦਾ ਕੋਈ ਅਸਰ ਨਾ ਹੁੰਦਾ ਹੋਵੇ ਤੇ ਉਹਦੇ ਲਈ ਕੀ ਕੀਤਾ ਕਿ ਇਹਨਾਂ ਨੇ ਇੱਕ ਟੈਕਨੀਕ ਇਦਾਂ ਦੀ ਕੱਢ ਦਿੱਤੀ। ਇੱਕ ਬੂਟਾ ਲਿਆ ਜਾਂਦਾ, ਮੰਨ ਕੇ ਚਲੋ ਇੱਕ ਬੂਟਾ ਜਦੋਂ ਬੀਜਿਆ ਜਾਂਦਾ ਤੇ ਬੂਟੇ ਨੂੰ ਜਦੋਂ ਛੋਟਾ ਜਿਹਾ ਸਾਈਜ਼ ਉਹਦਾ ਹੁੰਦਾ ਆ ਉਦੋਂ ਉਹਨੂੰ ਕੱਟ ਕੇ ਉਹਦੇ ਵਿੱਚ ਇੱਕ ਬੈਕਟੀਰੀਅਮ ਟਰਾਂਸਪਲਾਂਟ ਕੀਤਾ ਜਾਂਦਾ ਹੈ। ਜਿਵੇਂ ਮੈਂ ਇਹ ਦੱਸਣਾ ਚਾਹੂੰਗਾ ਕਿ ਜਦੋਂ BT ਕਪਾਹ ਆਈ ਹੈ ਸਾਡੇ ਕੋਲੇ ਤਾਂ BT ਕਪਾਹ ਨੂੰ ਕੀ ਕੀਤਾ ਗਿਆ ਕਿ ਇੱਕ ਬੂਟਾ ਤਿਆਰ ਕੀਤਾ ਗਿਆ ਤੇ ਬੂਟੇ ਦੇ ਵਿੱਚ ਇੱਕ ਜ਼ਮੀਨ ਦੇ ਵਿੱਚੋਂ ਸੋਇਲ ਦੇ ਵਿੱਚੋਂ ਜਿਹੜਾ ਸੀਗਾ ਇੱਕ ਬੈਕਟੀਰੀਅਮ ਲਿਆ ਗਿਆ ਜਿਹਦਾ ਨਾਮ BT ਸੀਗਾ, ਜਿਹਨੂੰ ਬੈਸੀਲਸ ਥੁਰਿੰਜੀਐਂਸਿਸ ਕਿਹਾ ਗਿਆ ਆ। ਗਿਲ ਸਾਹਿਬ, ਉਹਦਾ ਮਕਸਦ ਇਹ ਸੀਗਾ ਵੀ ਬੂਟੇ ਦੇ ਵਿੱਚ ਜਦੋਂ ਉਹਨੂੰ ਪਾਇਆ ਜਾਊਗਾ ਤੇ ਉਹ ਅੰਦਰੋਂ ਇੱਕ ਟੌਕਸਿਨ ਜਿਹੜਾ ਆ ਬੂਟਾ ਪੈਦਾ ਕਰੂਗਾ, ਜ਼ਹਿਰ ਪੈਦਾ ਕਰੂਗਾ। ਜਦੋਂ ਕੋਈ ਸੁੰਡੀ ਉਹਦੇ ਉੱਤੇ ਆਊਗੀ, ਉਹ ਜਦੋਂ ਉਹਨੂੰ ਖਾਊਗੀ ਤਾਂ ਉਹਦੇ ਨਾਲ ਕੀ ਹੋਊਗਾ ਕਿ ਉਹ ਸੁੰਡੀ ਮਰ ਜੂਗੀ ਤੇ ਜਿਹੜਾ ਬੂਟਾ ਹੈ ਉਹ ਸੁਰੱਖਿਅਤ ਰਹੂਗਾ ਤੇ ਜਿਹੜਾ ਉਹਦਾ ਝਾੜ ਔਰ ਪੈਦਾਵਾਰ ਆ ਜੋ ਕਿ ਇੱਕ ਝੂਠਾ ਹੈ, ਮੈਂ ਇਹ ਨਹੀਂ ਕਹੂੰਗਾ ਵੀ ਉਹਦੀ ਵੱਧਦੀ ਆ, ਇੱਕ ਝੂਠਾ ਇੱਕ ਬਿਆਨਬਾਜ਼ੀ ਸੀ ਇਹਨਾਂ ਕੰਪਨੀਆਂ ਦੀ। ਤੇ ਉਹ ਫਿਰ ਜਦੋਂ ਬੂਟਾ ਵਧੂਗਾ ਤੇ ਉਹ ਜਿਹੜਾ ਹੈ ਸੁਰੱਖਿਅਤ ਰਹੂਗਾ BT ਦੀ ਵਜ੍ਹਾ ਕਰਕੇ। ਇਸ ਤਰੀਕੇ ਨਾਲ ਜਿਹੜੀਆਂ ਇਹ GM ਫਸਲਾਂ ਆ ਉਹ ਸਾਰੀਆਂ ਤਿਆਰ ਕੀਤੀਆਂ ਜਾ ਰਹੀਆਂ ਤਾਂ ਕਿ ਇੱਕ ਤਾਂ ਬੂਟਾ ਸੁਰੱਖਿਅਤ ਰਹੇ ਜੋ ਇਹਨਾਂ ਦਾ ਦਾਅਵਾ ਆ, ਇੱਕ ਤਾਂ ਬੂਟਾ ਸੁਰੱਖਿਅਤ ਰਹੇ, ਦੂਜਾ ਇਹਨਾਂ ਨੂੰ ਇਹ ਆ ਵੀ ਇਹਦੇ ਨਾਲ ਜਿਹੜਾ ਝਾੜ ਹੈ ਉਹ ਵਧੂਗਾ ਤੇ ਤੀਸਰਾ ਇਹਦੇ ਨਾਲ ਇਹ ਹੈ ਕਿ ਇੱਕ ਵੱਡਾ ਜਿਹੜਾ ਨੁਕਸਾਨ ਜਿਹੜਾ ਹੈਗਾ ਆ ਉਹ ਇਹ ਹੋ ਰਿਹਾ ਹੈਗਾ ਵੀ ਸਾਡੀ ਰਵਾਇਤੀ ਜਿਹੜੀ ਫਸਲ ਆ ਉਹ ਉੱਥੇ ਖਤਮ ਹੋ ਰਹੀ ਹੈ। ਜੀ गल करिए यूनीवर्सिटीज़ की, तो यूनीवर्सिटियां वालों उन्होंने कोई मानता दी गई है या फिर चोरी ही ये उगाईयां जांदियां? गल साहब, ये साडी त्रासदी है पंजाब के लोगों की जिहड़ी मैं कहनी चाहूँगा कि यूनीवर्सिटियां वल्लों तो मानता की गल मैं पासे रख दियां एक बारी। इत्थे ਜਿਹੜੀਆਂ ਕੰਪਨੀਆਂ ਹੈਗੀਆਂ ਵੱਡੇ ਪੱਧਰ ਦੇ ਉੱਤੇ, ਚਾਹੇ ਉਹ ਅਮਰੀਕਾ ਦੀਆਂ ਕੰਪਨੀਆਂ ਚਾਹੇ ਉਹ ਜਰਮਨ ਦੀਆਂ ਕੰਪਨੀਆਂ ਹੈਗੀਆਂ, ਜਿਨ੍ਹਾਂ ਦਾ ਕੰਮ ਇੱਥੇ ਖਾਦਾਂ ਵੇਚਣਾ ਸੀ, ਇੱਥੇ ਸਪਰੇਆਂ ਵੇਚਣਾ ਸੀ, ਇੱਥੇ ਜ਼ਹਿਰਾਂ ਵੇਚਣਾ ਸੀਗਾ ਕਈ ਕਿਸਮਾਂ ਦੀਆਂ ਜਿਨ੍ਹਾਂ ਨੂੰ ਦਵਾਈਆਂ ਦੇ ਨਾਂ 'ਤੇ ਸਾਨੂੰ ਵੇਚਿਆ ਜਾ ਰਿਹਾ ਹੈਗਾ। ਉਹ ਸਾਡੇ ਜਿਹੜੇ ਕਿਸਾਨ ਹੈ ਪੰਜਾਬ ਦਾ ਉਹ ਇਸ ਗੱਲੋਂ ਇੰਨਾ ਭੋਲਾ ਹੈ ਵੀ ਜਿਹੜਾ ਉਹਨਾਂ ਦੀ ਜਿਹੜੀ ਗੱਲ ਹੈ ਜੇ ਮੈਂ ਕਹਾਂ ਤਾਂ ਉਹਨਾਂ ਨੂੰ ਕੋਈ ਇਸ ਬਾਰੇ ਨਹੀਂ ਪਤਾ ਗਾ, ਇਸ ਗੱਲੋਂ ਉਹਨਾਂ ਰੱਖਿਆ ਜਾਂਦਾ ਹੈਗਾ। ਹੁਣ ਮੈਂ 2004 ਦੀ ਇੱਕ ਗੱਲ ਜ਼ਰੂਰ ਕਰਨੀ ਚਾਹੂੰਗਾ। ਜਦੋਂ ਸਾਡੇ ਇੱਥੇ BT ਕਪਾਹ ਆਈ ਉਦੋਂ ਪਹਿਲਾਂ ਕਿਸਾਨ ਆਂਧਰਾ ਪ੍ਰਦੇਸ਼ ਜਾਂਦੇ ਸੀਗੇ, ਬਠਿੰਡੇ ਦੀ ਮਾਲਵਾ ਬੈਲਟ ਤੋਂ ਇੱਕ ਗੱਡੀ ਭਰ ਕੇ ਆਂਧਰਾ ਨੂੰ ਜਾਂਦੀ ਸੀ ਔਰ ਸਾਡੇ ਜਿਹੜੇ ਕਿਸਾਨ ਸੀ ਉੱਥੋਂ ਬੀਜ ਲਿਆਉਂਦੇ ਸੀ। ਮੈਂ ਉਸ ਸਮੇਂ ਦੀ ਅਗਰ ਪੰਜਾਬ ਸਰਕਾਰ ਦੀ ਵੀ ਗੱਲ ਕਰ ਲਵਾਂ ਤੇ ਉਸ ਸਮੇਂ ਕੀ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਦੋਂ ਵੀ ਸੱਤਾ ਵਿੱਚ ਸੀਗੀ ਤੇ ਉਸ ਸਮੇਂ
ਸਾਡੇ ਕਿਸਾਨਾਂ ਨੇ ਪਹਿਲਾਂ ਸੁਖਬੀਰ ਬਾਦਲ ਨੂੰ, ਜਿਹੜੇ ਕਿ ਸੱਤਾ ਤੋਂ ਬਾਹਰ ਸੀ, ਉਹਨੂੰ ਵੀ ਜਾ ਕੇ ਕਿਹਾ ਵੀ ਤੁਸੀਂ ਕਿਸਾਨ ਨੌਜਵਾਨ ਆਗੂ ਹੈਗੇ ਹੋ ਸ਼੍ਰੋਮਣੀ ਅਕਾਲੀ ਦਲ ਦੇ, ਤੇ ਘੱਟੋ ਘੱਟ ਤੁਹਾਨੂੰ ਜਾ ਕੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਜਿਹੜੀ ਹੈਗੀ ਉਹ ਗੱਲ ਰੱਖਣੀ ਚਾਹੀਦੀ ਹੈ ਵੀ ਸਾਨੂੰ ਬੀਟੀ ਲਿਆ ਕੇ ਦਿਓ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਿਸਾਨਾਂ ਨੇ ਜਾ ਕੇ ਕਿਹਾ, ਔਰ ਕੈਪਟਨ ਦੀ ਔਰ ਇਹਨਾਂ ਦੋਹਾਂ ਦੀ ਆਪਸ ਵਿੱਚ ਟਸਲਬਾਜ਼ੀ ਦੇ ਵਿੱਚ ਹੋਇਆ ਕੀ ਹੈ, ਨੁਕਸਾਨ ਸਾਡਾ ਹੋਇਆ। ਇੱਥੇ ਮੈਂ ਖੇਤੀਬਾੜੀ ਮਹਿਕਮੇ ਦੇ ਅਫਸਰ, ਅਗਰ ਮੈਂ ਉਹਨਾਂ ਦੀ ਗੱਲ ਕਹਾਂ, ਸਰਦਾਰ ਬਲਵਿੰਦਰ ਸਿੰਘ ਸਿੱਧੂ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ, ਉਹਨਾਂ ਨੂੰ ਮਜਬੂਰੀ ਖਾਤਰ, ਕਿਉਂਕਿ ਉਹ ਬਤੌਰ ਇੱਕ ਅਫਸਰ ਸੀਗੇ ਖੇਤੀਬਾੜੀ ਵਿਭਾਗ ਦੇ, ਉਹਨਾਂ ਨੂੰ ਇਹ ਅਪਰੂਵਲ ਲੈਣ ਲਈ ਜਾਣਾ ਪਿਆ। ਇਹ ਅਪਰੂਵਲ ਮਿਲੀ ਤੇ ਸਾਨੂੰ ਜਿਹੜੀ ਬੀਟੀ ਕਾਟਨ ਹੈਗੀ ਆ, ਜਿਹੜੀ ਆਂਧਰਾ ਦੇ ਵਿੱਚ ਫੇਲ ਹੋ ਚੁੱਕੀ ਸੀ, ਮਨਸੈਂਟੋ ਕੰਪਨੀ ਨੇ ਉਹਨੂੰ ਲਾਇਆ, ਜਿਹੜੀ ਉੱਥੇ ਫੇਲ ਹੋ ਚੁੱਕੀ ਸੀ, ਉਹੋ ਹੀ ਜਿਹੜੀ ਬੀਟੀ ਆ ਉਹ ਸਾਡੇ ਕਿਸਾਨਾਂ ਨੂੰ ਇੱਥੇ ਭਿਜਵਾਈ ਗਈ। ਫਿਰ ਉਹਦਾ ਭਾਅ ਇੰਨਾ ਕੁ ਜ਼ਿਆਦਾ ਸੀਗਾ, ਉਸ ਭਾਅ ਦੀ ਵਜ੍ਹਾ ਕਰਕੇ ਕੀ ਸੀਗਾ ਕਿ ਕਿੱਥੇ ਤਾਂ ਇੱਕ ਕਿੱਲੇ ਦੇ ਵਿੱਚ ਜਿਹੜਾ ਸੀਗਾ 4 ਤੋਂ 5 ਜਾਂ 6 ਜਾਂ 8 ਤੱਕ ਵੀ ਕਈ ਥਾਵਾਂ ਦੇ ਉੱਤੇ ਜਿਹੜਾ ਨਰਮੇ ਦਾ ਬੀਜ ਅਸੀਂ ਪਾਉਂਦੇ ਸੀ, ਤੇ ਗਿੱਲ ਸਾਹਿਬ ਉਹ ਸਾਨੂੰ ਜਿਹੜਾ ਸੀ 25-30 ਰੁਪਏ ਕਿਲੋ ਪੈਂਦਾ ਸੀਗਾ, ਉੱਥੇ ਹੀ ਇਹ ਸਾਨੂੰ 1800 ਤੋਂ ਲੈ ਕੇ 2500 ਤੱਕ ਬਲੈਕ ਦੇ ਵਿੱਚ ਮਿਲਿਆ। ਇਸ ਤਰੀਕੇ ਨਾਲ ਸਾਡੀ ਯੂਨੀਵਰਸਿਟੀ ਵੱਲੋਂ ਵੀ ਇਹਦੀ ਹਾਂ ਪੱਖੀ ਗੱਲ ਹੋਈ, ਕਿਸਾਨਾਂ ਦੀ ਵੀ ਲੁੱਟ ਹੋਈ। ਤੇ ਫਿਰ ਜਿਹੜਾ ਸਾਡਾ ਜਿਹੜੀ ਇੰਡੀਅਨ ਐਗਰੀਕਲਚਰ ਦੀ ਗੱਲ ਹੈ, ਜਿਨ੍ਹਾਂ ਦੀ ਇੱਕ ਕਮੇਟੀ ਬਣੀ ਹੋਈ ਹੈ, ਉਹ ਕਮੇਟੀ ਅਪਰੂਵਲ ਦਿੰਦੀ ਹੈ, ਉਹਨਾਂ ਨੇ ਅਪਰੂਵਲ ਦੇ ਦਿੱਤੀ ਹੈਗੀ ਹੈ। ਇਹ ਸਾਡੇ ਨਾਲ ਧੱਕਾ ਹੋਇਆ। ਇਸ ਕਰਕੇ ਸਾਡੇ ਪੰਜਾਬ ਦੇ ਵਿੱਚ ਜਿਹੜੀ ਆ ਜੀਐਮ ਫਸਲ ਦੀ ਇਹ ਆਮਦ ਹੋਈ ਆ ਬੀਟੀ ਕਾਟਨ ਦੇ ਜ਼ਰੀਏ। ਜੀ ਪੰਜਾਬ ਸਰਕਾਰ ਦੀ ਭੂਮਿਕਾ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਦੀ ਆਪਸੀ ਜਿਹੜੀ ਖਹਿਬਾਜ਼ੀ ਸੀ, ਉਸ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਹੋਇਆ। ਉਸ ਤੋਂ ਬਾਅਦ ਦੇ ਵਿੱਚ ਜਦੋਂ ਸਰਕਾਰਾਂ ਬਦਲਦੀਆਂ ਰਹੀਆਂ ਤਾਂ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਇਹਦੇ ਬਾਰੇ ਮੈਂ ਗਿੱਲ ਸਾਹਿਬ ਜੇ ਗੱਲ ਕਵਾਂ, ਸਰਕਾਰਾਂ ਦੇ ਬਾਅਦ ਵਿੱਚ ਬਦਲਣ ਦੇ ਨਾਲ ਕੋਈ ਫਰਕ ਪਿਆ ਤੇ ਕੋਈ ਫਰਕ ਨਹੀਂ ਪਿਆ। ਪਹਿਲਾਂ ਤਾਂ ਮੈਨੂੰ ਉਸ ਗੱਲ ਤੇ ਮੈਨੂੰ ਫੇਰ ਵਾਪਸ ਜਾਣਾ ਪਊਗਾ। ਹੋਇਆ ਇੱਦਾਂ ਕਿ ਜਦੋਂ ਇਹ ਫਸਲ ਬਿਜਵਾਈ ਗਈ ਆ ਪੰਜਾਬ ਦੇ ਵਿੱਚ, ਉਸ ਵੇਲੇ ਕਿਸਾਨ ਬੜੇ ਖੁਸ਼ ਹੋਏ, ਕਿਉਂਕਿ ਕਾਟਨ ਬੈਲਟ ਜਿਹੜੀ ਮਾਲਵੇ ਦੀ ਸੀ ਉਹ ਬਿਲਕੁਲ ਥੱਲੇ ਚਲੀ ਗਈ, ਡਾਊਨ ਚਲੀ ਗਈ ਸੀ। ਤੇ ਹਾਲਾਤ ਇਹ ਸੀ, ਇਹ 'ਚ ਮੈਨੂੰ ਕਹਿਣ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਕਿਸਾਨਾਂ ਨੇ ਇਹ ਇਲਜ਼ਾਮ ਲਾਇਆ ਕਿ ਬਾਦਲਾਂ ਦੇ ਚਹੇਤਿਆਂ ਦੀਆਂ, ਇਹਨਾਂ ਦੇ ਰਿਸ਼ਤੇਦਾਰਾਂ ਦੀਆਂ ਪੈਸਟੀਸਾਈਡ ਦੀਆਂ ਕੰਪਨੀਆਂ ਜਿਹੜੀਆਂ ਨਰਮੇ ਦੀ ਸਪਰੇਅ ਸੀਗੀਆਂ, ਕਪਾਹ ਦੀ ਸਪਰੇਅ ਸੀਗੀ, ਉਹ ਵੇਚਦੀਆਂ ਸੀਗੀਆਂ, ਉਹ ਨਕਲੀ ਸੀਗੀ। ਉਹਨਾਂ ਦੇ ਉੱਤੇ ਗਿੱਲ ਸਾਹਿਬ ਅਜੇ ਤੱਕ ਕੋਈ ਕਾਰਵਾਈਆਂ ਨਹੀਂ ਕੀਤੀਆਂ ਗਈਆਂ। ਇੱਕ ਤੁਸੀਂ ਕਹਿ ਸਕਦੇ ਹੈਗੇ ਹੋ ਕਿ ਸਿਰਫ ਮਾੜੀ ਮੋਟੀ ਜਿਹੜੀ ਹੈਗੀ ਹੈ ਨਾ, ਉਹ ਇਹਦੀ ਪੁੱਛ ਪ੍ਰਤੀਤ ਹੋਈ, ਉਸ ਤੋਂ ਬਾਅਦ ਉਹ ਠੰਡੇ ਬਸਤੇ 'ਚ ਪਾਤਾ। ਤਾਂ ਆਉਣ ਵਾਲੀਆਂ ਸਰਕਾਰਾਂ ਨੇ ਕੁਛ ਨਹੀਂ ਕੀਤਾਗਾ। ਇਹ ਇੱਕ ਮਸਲਾ ਕਿੱਥੇ ਖੜ ਗਿਆ ਆ ਕੇ ਕਿ ਕਿਸਾਨ ਨੇ ਬੀਜ ਲਈ, ਤੇ ਜਿਹੜੀ ਸਾਡੀ ਅਪਰੂਵਲ ਕਮੇਟੀ ਸੀਗੀ, ਮੈਂ ਥੋੜਾ ਉਹਦਾ ਜ਼ਿਕਰ ਕਰਦੇ ਆ ਕਿ ਭਾਰਤ ਸਰਕਾਰ ਦਾ ਜਿਹੜਾ ਖੇਤੀਬਾੜੀ ਮਹਿਕਮਾ ਆ, ਉਹਨਾਂ ਦੀ ਇੱਕ ਵੱਡੀ ਕਮੇਟੀ ਬਣੀ ਹੈ ਜਿਹਨੂੰ GEAC ਕਹਿੰਦੇ ਆ, ਜੈਨੇਟਿਕ ਇੰਜੀਨੀਅਰ ਅਪਰੂਵਲ ਕਮੇਟੀ। ਜਿਹੜੀ ਜੈਨੇਟਿਕ ਇੰਜੀਨੀਅਰ ਅਪਰੂਵਲ ਕਮੇਟੀ ਆ, ਉਹਦਾ ਕੰਮ ਹੁੰਦਾ ਆ ਕਿ ਕਿਸੇ ਵੀ ਸਟੇਟ ਦੇ ਵਿੱਚ, ਕਿਸੇ ਵੀ ਰਾਜ ਦੇ ਵਿੱਚ ਜਦੋਂ ਦੀ ਉੱਥੋਂ ਦੀ ਜਿਹੜੀ ਜ਼ਮੀਨ ਹੈ, ਜਦੋਂ ਕੋਈ ਨਵੀਂ ਫਸਲ ਗਿੱਲ ਸਾਹਿਬ ਆਉਂਦੀ ਹੈ, ਤੇ ਉਸ ਜਗ੍ਹਾ ਦੇ ਉੱਤੇ ਪਹਿਲਾਂ ਉਹਦੇ ਟਰਾਇਲ ਲਏ ਜਾਂਦੇ ਆ। ਟਰਾਇਲ ਲੈਣ ਤੋਂ ਬਾਅਦ ਇਹ ਦੇਖਿਆ ਜਾਂਦਾ ਹੈ ਵੀ ਉੱਥੋਂ ਦੇ ਵਾਤਾਵਰਣ ਦੇ ਉੱਤੇ, ਉੱਥੋਂ ਦੀਆਂ ਫਸਲਾਂ ਦੇ ਉੱਤੇ, ਉੱਥੋਂ ਦੇ ਮਨੁੱਖਾਂ ਦੇ ਉੱਤੇ ਔਰ ਉੱਥੋਂ ਦੇ ਜੀਵ ਜੰਤੂਆਂ ਤੇ ਕੋਈ ਇਹਦਾ ਮਾੜਾ ਅਸਰ ਤਾਂ ਨਹੀਂ ਪੈਂਦਾ। ਬਟ ਹੋਇਆ ਕੀ ਆ ਕਿ ਉਹ ਮਾੜਾ ਅਸਰ ਜੇ ਹੁੰਦਾ ਆ ਤੇ ਫਿਰ ਅਪਰੂਵਲ ਕਮੇਟੀ ਜਿਹੜੀ ਹੈਗੀ ਉਹ ਮਾਨਤਾ ਨਹੀਂ ਦਿੰਦੀ। ਪਰ ਇੱਥੇ ਸਾਡੇ ਇਹ ਹੋਇਆ ਵੀ ਅਪਰੂਵਲ ਕਮੇਟੀ ਵੱਲੋਂ ਵੀ ਮਾਨਤਾ ਦਿੱਤੀ ਗਈ। ਤੇ ਇਹਦੇ ਬਾਵਜੂਦ ਇੱਕ ਵਾਕਿਆ ਮੇਰੇ ਨਾਲ ਇਦਾਂ ਹੋਇਆ ਕਿ ਮੈਨੂੰ ਖੁਦ ਬੀਟੀ ਕਪਾਹ ਦੇ ਖੇਤਰ ਵਿੱਚ ਜਾ ਕੇ ਇਹ ਰਿਸਰਚ ਕਰਨੀ ਪਈ। ਮੈਂ ਕੰਪਨੀਆਂ ਦੇ ਕੀ ਕਾਰਨਾਮੇ ਤੁਹਾਨੂੰ ਦੱਸਾਂ ਗਿੱਲ ਸਾਹਿਬ ਕਿ ਉਸ ਜਗ੍ਹਾ ਦੇ ਉੱਤੇ ਜਿਨ੍ਹਾਂ ਦਿਨਾਂ ਦੇ ਵਿੱਚ ਬੀਟੀ 2004 ਦੇ ਵਿੱਚ ਬੀਜੀ ਗਈ, ਤੇ ਕਿਉਂਕਿ ਓਲੇ ਛੋਲੇ ਨਾਲ ਤਾਂ ਪਹਿਲਾਂ ਵੀ ਬੀਟੀ ਬੀਜੀ ਜਾ ਰਹੀ ਸੀਗੀ, ਪਰ ਜਦੋਂ ਅਪਰੂਵ ਹੋਣ ਤੋਂ ਬਾਅਦ ਬੀਜੀ ਗਈ ਹੈ, ਮਾਨਤਾ ਮਿਲਣ ਤੋਂ ਬਾਅਦ ਅਪਰੂਵਲ ਜਦੋਂ ਪੰਜਾਬ 'ਚ ਆ ਗਈ ਹੈ, ਜਦੋਂ ਬੀਜੀ ਗਈ ਹੈ, ਤੇ ਆਉਣ ਵਾਲੇ ਵਰ੍ਹੇ ਵਿੱਚ ਜਿਨ੍ਹਾਂ ਨੇ ਉਹ ਕਪਾਹ ਚੁਗੀ, ਬੀਟੀ ਕਪਾਹ ਚੁਗੀ, ਜਿਨ੍ਹਾਂ ਨੇ ਬੱਕਰੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਵੀ ਉਹਦਾ ਮਸਲਾ ਆਇਆ, ਤੇ ਜਿਨ੍ਹਾਂ ਨੇ ਨਰਮਾ ਕਪਾਹ ਚੁਗਿਆ, ਉਹ ਬੀਟੀ ਕਾਟਨ ਜਿਹੜੀ ਚੁਣੀ ਹੈ, ਉਹਨਾਂ ਨੂੰ ਸਕਿਨ ਡਿਜ਼ੀਜ਼ ਹੋਈ ਆ, ਚਮੜੀ ਦੇ ਰੋਗ ਹੋਏ ਆ, ਬੜੀ ਗੰਭੀਰ ਆ। ਇਸ ਤੋਂ ਇਲਾਵਾ ਜਿਹੜੀ ਅਲਰਜੀਆਂ ਹੈ, ਉਹ ਅਲਰਜੀਆਂ ਸਾਡੀ ਬਾਡੀ ਦੇ ਵਿੱਚ ਆਈਆਂ ਹੈਗੀਆਂ। ਇਹ ਇੱਕ ਸਾਡੇ ਇੱਥੇ ਮਸਲਾ ਬਣਿਆ ਜੀ। ਇਸ ਦੇ ਵਿੱਚ ਗੱਲ ਕਰੀਏ, ਜਿਸ ਤਰ੍ਹਾਂ ਅਸੀਂ ਲਗਾਤਾਰ ਗੱਲਬਾਤ ਕਰਦੇ ਜਾ ਰਹੇ ਹਾਂ GM ਜਿਹੜੀ ਫਸਲ ਹੈ ਉਸ ਦੇ ਬਾਰੇ ਦੇ ਵਿੱਚ, ਪਰ ਇਸ ਦੇ ਨਾਲ ਜੇਕਰ ਦੇਖਿਆ ਜਾਵੇ ਤਾਂ ਕਿਹੜੀਆਂ ਫਸਲਾਂ ਹੈ ਜਿਹੜੀਆਂ GM ਫਸਲਾਂ ਕਹਾਉਂਦੀਆਂ ਨੇ? ਬਿਲਕੁਲ ਜੀ।
ਇਹ ਸਵਾਲ ਵਾਕਈ ਹੈਗਾ। ਇਹ ਪਤਾ ਤਾਂ ਲੱਗਣਾ ਚਾਹੀਦਾ ਕਿ ਜੀਐਮ ਫਸਲਾਂ ਕਿਹੜੀਆਂ ਹੈਗੀਆਂ। ਗਿੱਲ ਸਾਹਿਬ, ਸਾਡੇ ਕੋਲੇ ਵਿਸ਼ਵ ਪੱਧਰ ਦੇ ਉੱਤੇ ਗੱਲ ਕੀਤੀ ਜਾਵੇ, ਜਿਵੇਂ ਮੈਂ ਗੱਲ ਕੀਤਾ ਕਿ ਜਿਹੜੇ ਪੱਛਮੀ ਮੁਲਕ ਹੈਗੇ ਆ, ਭਾਰਤ ਜਿਹੜਾ ਹੈਗਾ ਆ ਉਹਨਾਂ ਵਾਸਤੇ ਸਭ ਤੋਂ ਵੱਡੀ ਮੰਡੀ ਆ ਜਿੱਥੇ ਉਹ ਆਪਣੀਆਂ ਚੀਜ਼ਾਂ ਨੂੰ ਖਪਤ ਕਰ ਸਕਦੇ ਹੈਗੇ। ਸਾਡੇ ਇੱਥੇ ਹਾਈਐਸਟ ਕੰਜ਼ੰਪਸ਼ਨ ਆ ਪੈਸਟੀਸਾਈਡ ਦੀ, ਫਰਟੀਲਾਈਜ਼ਰ ਦੀ, ਤੇ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਖਾਸ ਤੌਰ ਤੇ ਸੀਡ ਕੰਪਨੀਆਂ ਪਲਦੀਆਂ, ਕਿਸਾਨ ਦਾ ਤਾਂ ਭਲਾ ਹੋ ਹੀ ਨਹੀਂ ਰਿਹਾ ਗਾ। ਇੱਥੇ ਕੀ ਕੀਤਾ ਕਿ ਜਿਹੜੇ ਉਹ ਚੀਜ਼ਾਂ ਆਈਆਂ ਕਿਹੜੀਆਂ ਜਿਵੇਂ ਕਿ ਸੋਇਆਬੀਨ ਅਸੀਂ ਲੈ ਲਈ, ਫਿਰ ਬੀਟੀ ਆ ਗਈ ਸਾਡੇ ਕੋਲੇ। ਬੀਟੀ ਤੋਂ ਬਾਅਦ ਇੱਥੇ ਮੈਂ ਇੱਕ ਗੱਲ ਨੂੰ ਫੇਰ ਮੋੜਦਾ ਹੈਗਾ, ਬੀਟੀ ਵਾਲੇ ਪਾਸੇ ਕੀ ਕੀਤਾ ਕਿ ਜਦੋਂ ਬੀਟੀ ਵੀ ਪੰਜਾਬ ਦੇ ਵਿੱਚ ਆ ਕੇ ਕਿਸਾਨਾਂ ਨੂੰ ਉਦੋਂ ਬਾਅਦ ਫਿਰ ਸਪਰੇਆਂ ਕਰਨੀਆਂ ਪਈਆਂ 5-5 6-6, ਵੇਖੋ ਉਦੋਂ ਇਹ ਵੀ ਹੋਇਆ 5-5 6-6 ਸਪਰੇਆਂ ਕਰਨੀਆਂ ਪਈਆਂ ਤੇ ਕਿਸਾਨ ਫਿਰ ਹਤਾਸ਼ ਹੋਏ। ਰੌਲਾ ਫਿਰ ਵੀ ਇਸ ਗੱਲ ਦਾ ਪਿਆ। ਫਿਰ ਜਦੋਂ ਗੱਲ ਇਹਨਾਂ ਕੰਪਨੀ ਤੱਕ ਗਿੱਲ ਸਾਹਿਬ ਪਹੁੰਚੀ ਤੇ ਇਹਨਾਂ ਨੇ ਕੀ ਕੀਤਾ ਵੀ ਹੁਣ ਬੀਟੀ ਤੋਂ ਵੀ ਖਤਰਨਾਕ ਜ਼ਹਿਰ ਵਿੱਚ ਪਾਇਆ ਜਾਊਗਾ। ਕਾਹਦਾ? ਇੱਕ ਬਿੱਛੂ ਦਾ, ਤੇ ਜੇ ਬਿੱਛੂ ਵੀ ਕਾਮਯਾਬ ਨਾ ਰਿਹਾ ਤੇ ਫਿਰ ਕੋਬਰੇ ਦਾ, ਜਿਹੜਾ ਕਿ ਸਭ ਤੋਂ ਜ਼ਿਆਦਾ, ਯਾਨੀ ਕਿ ਕੋਬਰੇ ਦੇ। ਸਿੱਧੂ ਸਾਹਿਬ ਸਾਬਤ ਕੀ ਕਰਨਾ ਚਾਹੁੰਦੇ ਆ ਇਸ ਤਰੀਕੇ ਦੇ ਨਾਲ ਕਰਕੇ? ਦੇਖੋ, ਇਹਦੇ ਵਿੱਚ ਇੱਕ ਬਹੁਤ ਗਹਿਰੀ ਸਾਜ਼ਿਸ਼ ਹੈ ਜੀ। ਇੱਕ ਗਹਿਰੀ ਸਾਜ਼ਿਸ਼ ਹੈ। ਸਾਜ਼ਿਸ਼ ਇਹ ਹੈ ਕਿ ਪੰਜਾਬ ਹੀ ਇੱਕ ਦੁਨੀਆ ਦੇ ਵਿੱਚ ਖਿੱਤਾ ਆ ਜਿਹਦੇ ਕੋਲੇ ਆਪਣੀਆਂ ਰਵਾਇਤੀ ਫਸਲਾਂ ਦੇ ਵੰਨ-ਸਵੰਨੇ ਬੀਜ ਸੀਗੇ ਸਾਡੇ ਕੋਲੇ, ਤੇ ਵੰਨ-ਸਵੰਨੇ ਬੀਜ ਹੋਣ ਦੇ ਖਾਤਰ ਇਹ ਸੀਗਾ ਵੀ ਇਹ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ, ਕਿਉਂਕਿ ਜਿਹੜਾ ਸਾਡਾ ਬੀਜ ਸੀ ਉਹਦੀ ਜਿਹੜੀ ਇੱਕ ਵਿਰਾਸਤ ਸੀ ਬਹੁਤ ਅਮੀਰ ਸੀ। ਇਹ ਚਾਹੁੰਦੇ ਆ ਵੀ ਸਾਡਾ ਬੀਜ ਕਿਸੇ ਤਰੀਕੇ ਖੋਲਿਆ ਜਾਵੇ, ਇਹਨਾਂ ਨੂੰ ਆਪਦੇ ਬੀਜ ਜਿਹੜੇ ਉਹ ਦਿੱਤੇ ਜਾਣ। ਪਹਿਲਾਂ ਤਾਂ ਹਾਈਬ੍ਰਿਡ ਰੂਪ 'ਚ ਸਾਡੀਆਂ ਯੂਨੀਵਰਸਿਟੀਆਂ ਨੇ ਕੰਮ ਕੀਤਾ ਨਵੀਆਂ ਸੋਧਾਂ ਕਰਕੇ, ਲੇਕਿਨ ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਨੇ ਇਹ ਵੇਖਿਆ ਕਿ ਸਾਡੀਆਂ ਨਵੀਆਂ ਸੋਧਾਂ ਵਾਲੇ ਜਿਹੜੇ ਬੀਜਾਂ ਦੇ ਉੱਤੇ ਜਿਹੜੇ ਆ ਉਹ ਹਮਲਾ ਹੋ ਗਿਆ। ਇੱਕ ਜ਼ਮਾਨੇ 'ਚ 7 ਤਰ੍ਹਾਂ ਦਾ ਕੀਟ ਜਿਹੜਾ ਸੀਗਾ ਫਸਲਾਂ ਦੇ ਉੱਤੇ ਆਉਂਦਾ ਸੀਗਾ, 7 ਤੋਂ 70 ਤੇ 70 ਤੋਂ ਹੁਣ 100 ਵੀ ਟੱਪ ਗਿਆ। ਇਹਨਾਂ ਨੇ ਇਹ ਕੀਤਾ ਵੀ ਕਿਸਾਨ ਨੂੰ ਕਿਸੇ ਤਰੀਕੇ ਨਾਲ ਜਿਹੜਾ ਪੈਸਟੀਸਾਈਡ ਆ ਉਹ ਵੇਚਣਾ ਹੈ, ਤੇ ਜੇ ਪੈਸਟੀਸਾਈਡ ਨਾਲ ਕੋਈ ਹੱਲ ਨਹੀਂ ਹੋਇਆ, ਜਿਵੇਂ ਕਿ ਨਕਲੀ, ਮੈਂ ਬਾਦਲਾਂ ਦੀ ਗੱਲ ਕੀਤੀ ਵੀ ਇਹਨਾਂ ਦੇ ਚਹੇਤਿਆਂ ਦੀਆਂ ਨਕਲੀ ਕੰਪਨੀਆਂ ਸੀਗੀਆਂ, ਪਰ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਕੀਤਾ ਇਹ ਵੀ ਫਸਲ ਨੂੰ ਹੀ ਇਸ ਤਰੀਕੇ ਨਾਲ ਤਿਆਰ ਕੀਤਾ ਜਾਵੇ ਤਾਂ ਕਿ ਉਹਦੇ ਵਿੱਚੋਂ ਟੌਕਸਿਨ ਬਣੇ ਤੇ ਜਦੋਂ ਵੀ ਕੋਈ ਕੀਟ ਉਹ 'ਤੇ ਆਵੇ ਤੇ ਉਹ ਉਹਨੂੰ ਖਾ ਕੇ ਮਰ ਜੇ। ਹੁਣ ਇਹ 'ਚ ਜਿਹੜੀਆਂ ਫਸਲਾਂ ਤੁਸੀਂ ਪੁੱਛੀਆਂ ਕਿ ਇੱਕ ਸੋਇਆਬੀਨ, ਦੂਸਰੇ ਨੰਬਰ ਦੇ ਉੱਤੇ ਫਿਰ ਇਹਦੇ ਵਿੱਚ ਇਹਨਾਂ ਨੇ ਲਿਆਂਦਾ ਜੀ ਬੈਂਗਣ। ਬੈਂਗਣ ਲਿਆਂਦਾ, ਬੈਂਗਣ ਤੋਂ ਬਾਅਦ ਫਿਰ ਇਹਨਾਂ ਨੇ ਲਿਆਂਦਾ ਜੀ ਹੁਣ ਅਸੀਂ ਟਮਾਟਰ 'ਚ ਲਿਆਵਾਂਗੇ, ਫਿਰ ਇਹਨੂੰ ਮਟਰ 'ਚ ਲਿਆਵਾਂਗੇ, ਫਿਰ ਸਾਡੀ ਜਿਹੜੀ ਹੁਣ ਭਿੰਡੀ ਆ ਉਹਦੀ ਵੀ ਅਗਰ ਮੈਂ ਗੱਲ ਕਰ ਲਾਂ, ਭਿੰਡੀ ਉੱਤੇ ਵੱਧ ਸਪਰੇਅ ਹੁੰਦੀ, ਬੈਂਗਣ 'ਤੇ ਵੱਧ ਸਪਰੇਅ ਹੁੰਦੀ ਆ। ਇਹ ਚਾਹੁੰਦੇ ਆ ਵੀ ਉਹਦੇ ਅੰਦਰੋਂ ਹੀ ਟੌਕਸਿਨ ਬਣੇ ਤੇ ਇਸ ਤਰੀਕੇ ਇਹ ਸਾਰੀਆਂ ਫਸਲਾਂ ਜਿਹੜੀਆਂ ਉਹ ਉਗਾਈਆਂ ਜਾਣ। ਪਰ ਸਾਡੀਆਂ ਇਹ ਸਾਰੀਆਂ ਫਸਲਾਂ ਜਿਹੜੀਆਂ ਹੈਗੀਆਂ ਉਹ ਖਾਣ ਵਾਲੀਆਂ ਫਸਲਾਂ ਹੈਗੀਆਂ ਔਰ ਉਹ ਸਭ ਤੋਂ ਵੱਧ ਜ਼ਹਿਰ ਹੈ ਜਿਹੜਾ ਕਿ ਸਾਡੇ ਲਈ ਇੰਨਾ ਨੁਕਸਾਨਦਾਇਕ ਹੋ ਸਕਦਾ ਹੈ ਜੀ। ਸੋ ਬਿਲਕੁਲ ਡਾਕਟਰ ਕਵਲਜੀਤ ਸਿੰਘ ਸਿੱਧੂ ਜਿਹੜੇ ਆ ਉਹ ਇਸ ਸੰਬੰਧ ਦੇ ਵਿੱਚ ਜਾਣਕਾਰੀ ਦੇ ਰਹੇ ਆ ਕਿ ਜੀਐਮ ਫਸਲਾਂ ਜਿਹੜੀਆਂ ਉਹ ਕਿੰਨੀਆਂ ਸਾਡੇ ਵਾਸਤੇ ਹਾਨੀਕਾਰਕ ਨੇ। ਉਸ ਦੇ ਨਾਲ ਸਿੱਧੂ ਸਾਹਿਬ ਮੈਂ ਇਹ ਵੀ ਜਾਣਨਾ ਚਾਹੂੰਗਾ ਕਿ ਮਨੁੱਖੀ ਸਿਹਤ ਦੇ ਉੱਤੇ ਇਹਨਾਂ ਦਾ ਕਿੰਨਾ ਕੁ ਅਸਰ ਹੈ। ਕੁਝ ਗੱਲਾਂ ਤੁਸੀਂ ਦੱਸੀਆਂ, ਹੋਰ ਕਿਹੜੇ ਤਰੀਕੇ ਨਾਲ ਮਨੁੱਖੀ ਸਿਹਤ 'ਤੇ ਅਸਰ ਪਾਉਂਦੀਆਂ ਆ? ਇਹ ਤਾਂ ਸੁਭਾਵਿਕ ਹੀ ਆ ਕਿ ਜੇਕਰ ਤੋੜਨ ਵਾਲੇ ਦੀ ਸਕਿਨ ਦੇ ਉੱਤੇ ਅਸਰ ਹੁੰਦਾ ਤਾਂ ਖਾਣ ਵਾਲੇ ਨੂੰ ਕਿੰਨਾ ਕੁ ਹੁੰਦਾ ਹੋਏਗਾ? ਗਿੱਲ ਸਾਹਿਬ, ਇੱਥੇ ਇਕੱਲੇ ਮਨੁੱਖੀ ਸਿਹਤ ਦੀ ਗੱਲ ਨਹੀਂ ਮੈਂ ਕਰੂੰਗਾ, ਇਹਦੇ ਵਿੱਚ 3 ਤਰ੍ਹਾਂ ਦੀ ਸਿਹਤ ਵਿਗੜੀ ਹੈ। ਇੱਕ ਮਨੁੱਖੀ ਸਿਹਤ, ਦੂਜੀ ਸਾਡੀ ਵਾਤਾਵਰਣ ਸਿਹਤ, ਤੇ ਤੀਜੀ ਸਾਡੀ ਜਿਹੜੀ ਆ ਜੀਵ ਜੰਤੂਆਂ ਦੀ ਜਿਹੜੀ ਸਿਹਤ ਹੈ ਉਹ ਆਉਂਦੀ ਹੈਗੀ ਆ। ਕਿਵੇਂ ਵਿਗੜਦੀ ਹੈਗੀ ਆ? ਜਦੋਂ ਇੱਕ ਅਸੀਂ ਆਪਦੀ ਜਿਹੜੀ ਦੇਸੀ ਫਸਲ ਸੀਗੀ, ਜਦੋਂ ਅਸੀਂ ਉਹਦੇ ਵਿੱਚੋਂ ਅੰਨ ਅਨਾਜ ਸਾਡੇ ਜਿਹੜੇ ਹੁੰਦੇ ਸੀ ਪ੍ਰਾਪਤ ਕਰਦੇ ਸੀ ਤੇ ਉਹ ਸਾਡੇ ਲਈ ਬਹੁਤ ਵਧੀਆ ਸੀਗਾ। ਬਟ ਹੋਇਆ ਕੀ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਫਸਲਾਂ ਆਉਣਗੀਆਂ ਉਹਦੇ ਵਿੱਚ ਜ਼ਹਿਰ ਹੋਊਗਾ ਤੇ ਸਾਡਾ ਜਿਹੜਾ ਅੰਮ੍ਰਿਤਮਈ ਅੰਨ ਹੈ ਉਹ ਜ਼ਾਹਿਰ ਹੈ ਕਿ ਖਤਮ ਹੈ। ਤੇ ਖਤਮ ਹੋਣ ਦੀ ਵਜ੍ਹਾ ਕਰਕੇ ਕੀ ਹੋਊਗਾ ਕਿ ਇਹਨਾਂ ਫਸਲਾਂ ਦਾ ਜਿਹੜਾ ਜ਼ਹਿਰ ਆ ਸਾਡੇ ਸਰੀਰ ਦੇ ਵਿੱਚ ਜਾਊਗਾ, ਬਲੱਡ ਜਿਹੜਾ ਹੈਗਾ ਆ ਉਹ ਵੀ ਖਰਾਬ ਹੋਊਗਾ। ਬਲੱਡ ਤੋਂ ਇਲਾਵਾ ਅਗਰ ਗੱਲ ਕਰੀਏ ਤੇ ਚਮੜੀ ਦੇ ਵੱਖ-ਵੱਖ ਰੋਗ, ਕਈ ਕਿਸਮ ਦੀਆਂ ਐਲਰਜੀਆਂ, ਇੱਥੋਂ ਤੱਕ ਕਿ ਜਾਨਵਰਾਂ ਦੀ ਵਿਗਾੜ ਜਿਹੜਾ ਹੈਗਾ ਆ ਚਮੜੀ ਦੇ ਉੱਤੇ, ਉਹਨਾਂ ਦੀ ਸਿਹਤ ਦੇ ਉੱਤੇ, ਉਹਨਾਂ ਦੇ ਵਾਧੇ ਵਿਕਾਸ ਦੇ ਉੱਤੇ ਅਸਰ ਪਿਆ। ਤੇ ਤੀਸਰੀ ਗੱਲ ਮੈਂ ਜਿਹੜੀ ਵਾਤਾਵਰਣ ਦੀ ਗੱਲ ਸਾਹਿਬ ਕੀਤੀ ਆ ਉਹ ਇਹ ਹੈ ਕਿ ਵਾਤਾਵਰਣ ਦੇ ਵਿੱਚ ਜਿੱਥੇ ਵੀ ਇਹ ਜੀਐਮ ਫਸਲ ਬੀਜੀ ਜਾਊਗੀ ਉੱਥੇ ਅਗਰ ਨਾਲ ਸਾਡੀ ਜੈਵਿਕ ਕੋਈ ਖੜੀ ਹੈ ਜਾਂ ਸਾਡੀ ਆਪਦੀ ਕੋਈ ਦੇਸੀ ਫਸਲ ਉੱਥੇ ਖੜੀ ਹੈ ਤੇ ਉਹਨੂੰ ਵੀ ਇਹ ਪ੍ਰਦੂਸ਼ਿਤ ਕਰੂਗੀ। ਇਹਦਾ ਇੰਨਾ ਮਾੜਾ ਪ੍ਰਭਾਵ ਹੈਗਾ ਆ। ਇਸ ਕਰਕੇ ਮੰਨ ਕੇ ਚੱਲੋ ਕਿ ਇੱਕ ਖੇਤ ਸਾਡਾ ਦੇਸੀ ਦਾ ਖੜਾ, ਉਹਦੇ ਨਾਲ ਅਗਰ ਜੀਐਮ ਫਸਲ ਬੀਜਤੀ ਆ, ਇੱਕ ਤਾਂ ਸਾਡੀ ਮਿੱਟੀ ਖਰਾਬ ਹੋਈ ਉਹਦੀ ਵਜ੍ਹਾ ਕਰਕੇ, ਦੂਜਾ ਇਹ ਹੋਇਆ ਕਿ ਉਹਦਾ ਵਾਤਾਵਰਣ 'ਚ ਜਿਹੜਾ ਅਸਰ ਪਿਆ ਹੈਗਾ, ਆਲੇ ਦੁਆਲੇ ਦੀ ਜਿਹੜੀ ਖੇਤੀ ਆ ਉਹਦੇ ਉੱਤੇ ਵੀ ਉਹਦਾ ਵਿਗਾੜ ਪਊਗਾ। ਕਿਉਂਕਿ ਪਰਾਗ ਜਦੋਂ ਮੱਖੀ ਨੇ ਕਰਨਾ ਹੈ, ਜੀਐਮ ਫਸਲ ਦੇ ਵਿੱਚੋਂ ਚੱਕੂਗੀ, ਮੱਖੀ ਨੂੰ ਤਾਂ ਨਹੀਂ ਪਤਾ ਹੈਗਾ
ਦੂਜੇ ਖੇਤ ਜਾਊਗੀ, ਦੂਜਾ ਖੇਤ ਦਾ ਜਿਹੜੀ ਫਸਲ ਹੈ ਉਹ ਪ੍ਰਦੂਸ਼ਿਤ ਹੋਣੀ ਜੀ ਜੀ ਇਸ ਤਰੀਕੇ ਨਾਲ ਇੱਕ ਬਹੁਤ ਵੱਡਾ ਜਿਹੜਾ ਵਿਗਾੜ ਆ ਉਸ ਇੱਥੇ ਪੈ ਰਿਹਾ ਹੈਗਾ। ਜੀ 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 ਇਸ ਦੇ ਨਾਲ ਸਿੱਧੂ ਸਾਹਿਬ ਗੱਲ ਕਰੀਏ ਤਾਂ ਜਿਹੜੀਆਂ ਜੀਐਮ ਫਸਲਾਂ ਆ ਤੇ ਜਿਹੜੀਆਂ ਹਾਈਬ੍ਰਿਡ ਦੇਸੀ ਹੈਗੀਆਂ ਨੇ ਜੀ, ਉਹਨਾਂ ਦੇ ਵਿੱਚ ਕੀ ਅੰਤਰ ਆ ਜਾਂ ਕਿਵੇਂ ਉਹ ਇੱਕੋ ਜਿਹੀਆਂ ਨੇ ਦੋਵੇਂ? ਬਿਲਕੁਲ ਗਿੱਲ ਸਾਹਿਬ, ਇਹ ਗੱਲ ਇਹ ਹੈ ਕਿ ਜਿਹੜੀਆਂ ਸਾਡੀ ਪਹਿਲਾਂ ਦੇਸੀ ਫਸਲ ਹੁੰਦੀ ਸੀ ਜੀ, ਸਾਡੇ ਕੋਲੇ, ਕਿਉਂਕਿ ਹੁਣ ਇਹ ਬੀ ਕੰਪਨੀਆਂ ਦੀ ਸਭ ਤੋਂ ਵੱਡੀ ਕਮੀਨਗੀ ਹੈ ਜੀ, ਕਿ ਉਹ ਸਾਡੇ ਨਾਲ ਧੱਕਾ ਕਰ ਰਹੀਆਂ। ਹੁੰਦਾ ਕੀ ਸੀਗਾ ਵੀ ਜਿਹੜਾ ਸਾਡਾ ਕਿਸਾਨ ਸੀਗਾ ਸਦੀਆਂ ਤੋਂ ਹੀ ਇਹ ਕੰਮ ਕਰਦਾ ਆ ਰਿਹਾ ਹੈ ਕਿ ਜਦੋਂ ਵੀ ਨਵੀਂ ਫਸਲ ਦਾ ਕੋਈ ਬੀ ਹੁੰਦਾ ਸੀ, ਉਸ ਬੀ ਨੂੰ ਜਦੋਂ ਉਹ ਪੱਕਣ ਤੇ ਆਉਂਦੀ ਸੀ ਫਸਲ, ਤੇ ਉਹਦੇ ਵਿੱਚੋਂ ਜਿਵੇਂ ਮੰਨ ਕੇ ਚਲੋ ਕਣਕ ਦਾ ਜਿਹੜਾ ਸਭ ਤੋਂ ਵਧੀਆ ਸਿੱਟਾ, ਜਿਹਦੇ ਸਿੱਟੇ ਦੇ ਦਾਣੇ ਵੱਧ ਸੀਗੇ, ਉਹੀ ਸਿੱਟਾ ਚੁਣ ਕੇ ਰੱਖਦਾ ਸੀ। ਇਸੇ ਤਰ੍ਹਾਂ ਕੋਈ ਵੀ ਫਸਲ ਹੁੰਦੀ ਸੀ ਉਹਦੇ ਵਿੱਚੋਂ ਜਿਹੜਾ ਉਹਨੂੰ ਫਲ ਵਧੀਆ ਲੱਗਦਾ ਸੀ ਉਹਨੂੰ ਹੀ ਪਕਾਉਂਦਾ ਸੀ, ਉਹਦੇ ਵਿੱਚੋਂ ਹੀ ਬੀ ਉਹ ਰੱਖਦਾ ਸੀ। ਇਹ ਸੀ ਸਾਡਾ ਦੇਸੀ ਢੰਗ। ਉਸ ਤੋਂ ਬਾਅਦ ਜਦੋਂ ਵੰਡ ਤੋਂ ਪਹਿਲਾਂ ਲਾਇਲਪੁਰ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆਈ ਸਾਡੇ ਕੋਲੇ, ਉਹਨਾਂ ਨੇ ਨਵੀਆਂ ਟੈਕਨੀਕਾਂ ਕੱਢੀਆਂ, ਬਹੁਤ ਸੋਹਣੀਆਂ ਕਾਢਾਂ ਉਹਨਾਂ ਨੇ ਕੱਢੀਆਂ। ਪਰ ਦੇਸ਼ ਦੀ ਵੰਡ ਤੋਂ ਬਾਅਦ ਜਦੋਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਾਡੇ ਕੋਲੇ ਆਈ ਆ, ਉਹਨਾਂ ਨੂੰ ਲੈ ਕੇ ਅਸੀਂ ਅਗਰ ਗੱਲ ਕਰੀਏ ਤੇ ਬਹੁਤ ਸਾਰੀਆਂ ਟੈਕਨੀਕ ਇਦਾਂ ਦੀਆਂ ਉਹਨਾਂ ਨੇ ਵਿਕਸਿਤ ਕੀਤੀਆਂ ਕਿ ਫਸਲਾਂ ਦੇ ਵਿੱਚ ਹਾਈਬ੍ਰਿਡ ਫਸਲਾਂ ਉਹਨਾਂ ਨੇ ਲਿਆਂਦੀਆਂ। ਇੱਕ ਹੋ ਗਈਆਂ ਦੇਸੀ ਫਸਲਾਂ, ਦੂਜੀਆਂ ਹੋ ਗਈਆਂ ਸੋਧੀਆਂ ਜਿਹਨੂੰ ਆਪਾਂ ਹਾਈਬ੍ਰਿਡ ਕਹਿ ਸਕਦੇ ਹਾਂ, ਤੇ ਤੀਜੇ ਨੰਬਰ ਦੇ ਉੱਤੇ ਫਿਰ ਜਿਹੜਾ ਹੈਗਾ ਆ ਉਹ ਦੋ ਤਾਂ ਅਸੀਂ ਮੰਨ ਲਿਆ, ਪ੍ਰਮਾਣ ਕਰ ਲਿਆ, ਪਰ ਜਿਹੜੀ ਤੀਜੀ ਫਸਲ ਹੈ ਬੀਟੀ, ਉਹਨੂੰ ਅਸੀਂ ਕਦੇ ਵੀ ਪ੍ਰਮਾਣ ਨਹੀਂ ਕਰ ਸਕਦੇ। ਉਹ ਸਾਡੇ ਲਈ ਕਿ ਆਉਣ ਲਈ ਮਨੁੱਖਤਾ ਲਈ ਉਹ ਘਾਤਕ ਹੈ। ਜੀ ਜੀ ਇਸ ਦੇ ਨਾਲ ਸਿੱਧੂ ਸਾਹਿਬ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨ ਹਮੇਸ਼ਾ ਇਹ ਚਾਹੁੰਦਾ ਆ ਕਿ ਉਸ ਦੀ ਪੈਦਾਵਾਰ ਜਿਹੜੀ ਆ ਉਹ ਵੱਧ ਹੋਵੇ, ਪਰ ਕੀ ਤੁਸੀਂ ਸਮਝਦੇ ਹੋ ਕਿ ਜਿਹੜੀਆਂ ਇਹ ਜੀਐਮ ਫਸਲਾਂ ਆ ਇਹਨਾਂ ਪ੍ਰਤੀ ਕਿਸਾਨ ਜਾਗਰੂਕ ਹੈਗਾ ਆ ਕਿ ਸਿਰਫ ਇਹ ਝਾੜ ਹੀ ਜ਼ਿਆਦਾ ਹੋਏਗਾ ਜਾਂ ਇਸ ਦੇ ਨਾਲ ਸਿਹਤ 'ਤੇ ਜਿਵੇਂ ਅਸਰ ਪੈਂਦਾ? ਕਿਸਾਨਾਂ ਨੂੰ ਕਿੰਨੀ ਕੁ ਨੌਲੇਜ ਇਸ ਬਾਰੇ ਹੈਗੀ ਆ? ਬਿਲਕੁਲ, ਬਹੁਤ ਵਾਰੀ ਪੰਜਾਬ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਦਾ ਰਿਹਾ ਤੇ ਕਾਫੀ ਸਾਰੀ NGO ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਵੀ ਮਿਲਿਆ, ਤੇ ਮੈਂ ਇਹ ਦੇਖਦਾ ਰਿਹਾ ਕਿ ਪੰਜਾਬ ਦੇ ਵਿੱਚ ਸਾਡੇ ਕਿਸਾਨਾਂ ਨੂੰ, ਕਿਉਂਕਿ ਮੈਂ ਖੁਦ ਅਗਰ ਮੈਂ ਕਹਾਂ ਤੇ ਘੱਟੋ ਘੱਟ ਕਿਸਾਨਾਂ ਦੇ ਵੱਡੇ ਇਕੱਠਾਂ ਨੂੰ ਜਾ ਕੇ ਮੈਂ ਸੰਬੋਧਨ ਕਰ ਚੁੱਕਿਆ ਹੈਗਾ, ਤੇ ਘੱਟੋ ਘੱਟ ਜ਼ਿਆਦਾ ਨਹੀਂ ਤੇ ਕੋਈ ਪੰਜਾਬ ਦੇ ਵਿੱਚ 500-600 ਜਿਹੜੇ ਪਿੰਡ ਸੀਗੇ ਉੱਥੇ ਤੱਕ ਜਾ ਕੇ ਅਸੀਂ ਪਹੁੰਚ ਕੀਤੀ। ਉਹ ਕਿਸਾਨਾਂ ਨੂੰ ਮਿਲੇ, ਖਾਸ ਤੌਰ ਤੇ ਜਿਵੇਂ ਮਾਲਵਾ ਬੈਲਟ ਦੀ ਗੱਲ ਕਰ ਲਵਾਂ ਤੇ ਜਾਂ ਫਿਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਮੇਲਿਆਂ ਦੀ ਗੱਲ ਵੀ ਕਰ ਲਵਾਂ, ਉੱਥੇ ਜਾ ਕੇ ਗਿੱਲ ਸਾਹਿਬ ਇਹੀ ਹੁੰਦਾ ਸੀਗਾ ਵੀ ਕਿਸਾਨ ਨੂੰ ਜਦੋਂ ਅਸੀਂ GM ਫਸਲਾਂ ਬਾਰੇ ਗੱਲ ਕਰਦੇ ਸੀ ਤਾਂ ਨਹੀਂ ਪਤਾ ਲੱਗਦਾ ਸੀਗਾ। ਇੱਕ ਗੱਲ ਮੈਂ ਕਹਿਣੀ ਚਾਹੂੰਗਾ ਕਿ ਜਿਨ੍ਹਾਂ ਦਿਨਾਂ ਵਿੱਚ ਅਸੀਂ BT ਕਪਾਹ ਦਾ ਸਰਵੇਖਣ ਕਰ ਰਹੇ ਸੀਗੇ ਮਾਲਵਾ ਬੈਲਟ ਦੇ ਵਿੱਚ, ਤੇ ਜਦੋਂ ਕਿ ਇੱਕ ਪਾਸੇ ਤਾਂ ਪਹਿਲੇ ਸਾਲ ਫੇਲ ਹੋ ਗਈ, ਅਸੀਂ ਦੇਖਿਆ 2005 ਦੇ ਵਿੱਚ 5 ਅਸੀਂ ਵੇਖਿਆ ਵੀ ਐਤਕੀ ਤਾਂ ਨਹੀਂ ਕਿਸਾਨਾਂ ਨੂੰ ਇਹ ਦੁਬਾਰਾ ਕਿਤੇ ਲਵਾਤੀ, ਤਾਂ ਪਤਾ ਲੱਗਿਆ ਕਿ ਮਨਸੈਂਟੋ ਵਰਗੀਆਂ ਜਿਹੜੀਆਂ ਕੰਪਨੀਆਂ ਸੀਗੀਆਂ ਇਹਨਾਂ ਨੇ ਚੋਰੀ ਛੁਪੇ ਜਾ ਕੇ ਜਿਹੜੇ ਸੀਗੇ ਉਹ ਟ੍ਰਾਇਲ ਕਿਸਾਨਾਂ ਨੂੰ ਜਿਹੜੇ ਸੀ ਉਹ ਵਜਵਾਤੇ। ਉਹ ਟ੍ਰਾਇਲ ਵਾਲੀਆਂ ਫਸਲਾਂ ਜਦੋਂ ਮੈਂ ਪੁੱਛਿਆ ਜਾ ਕੇ ਕਈ ਕਿਸਾਨਾਂ ਨੂੰ ਮੁਲਾਕਾਤ ਕਰਕੇ, ਮੈਂ ਕਿਹਾ ਜੀ ਇਹ ਕੌਣ ਦੇਗਾ, ਕਿੱਥੋਂ ਲਿਆਏ ਵੀ? ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ, ਫਲਾਨੀ ਕੰਪਨੀ ਦਾ ਇੱਕ ਬੰਦਾ ਆਇਆ ਸੀ, ਉਹ ਕਹਿੰਦਾ ਸੀ ਕਿਸੇ ਨੂੰ ਦੱਸੀ ਨਾ, ਤੇ ਮੈਂ ਆਹ ਫਸਲ ਜਿਹੜੀ ਉਹ ਬੀਜ ਦਿੱਤੀ ਹੈਗੀ ਆ। ਤੇ ਮੈਂ ਉਹਨਾਂ ਨੂੰ ਕਈਆਂ ਨੂੰ ਪੁੱਛਣਾ ਵੀ ਭਾਈ ਤੁਹਾਨੂੰ ਇਹ ਪਤਾ ਵੀ ਇਹਦਾ ਕੀ ਮਾੜੇ ਅਸਰ ਹੋ ਸਕਦੇ ਹੈਗੇ, ਜਦੋਂ ਕਿ ਕਿਸਾਨ ਸਾਡਾ ਇਸ ਗੱਲੋਂ ਭੋਲਾ ਆ। ਕਿਸਾਨ ਨੂੰ ਇਹ ਹੁੰਦਾ ਹੈ ਕਿ ਉਹਦੀ ਆਰਥਿਕਤਾ, ਬਿਲਕੁਲ, ਵੀ ਉਹਦੀ ਜਿਹੜੀ ਆਰਥਿਕਤਾ ਹੈਗੀ ਆ ਉਹ ਜਿਹੜੀ ਆ ਸਹੀ ਹੋ ਜਾਵੇ। ਇਸ ਕਰਕੇ ਉਹ ਇਸ ਚੀਜ਼ ਨੂੰ ਭਾਲੂਗਾ ਕਿ ਮੈਨੂੰ ਜਿਹੜੀ ਚੰਗੀ ਫਸਲ ਮਿਲ ਜੇ, ਚੰਗੀ ਝਾੜ ਵਾਲੀ ਫਸਲ ਮਿਲ ਜੇ, ਮੇਰਾ ਜਿਹੜਾ ਹੈਗਾ ਆ ਉਹਦੇ 'ਚ ਪਤਾ ਹੁੰਦਾ ਕਿ ਮੇਰੇ ਉੱਤੇ ਕੀ ਨੁਕਸਾਨ ਹੋਊਗਾ ਜਾਂ ਮੇਰੇ ਪਰਿਵਾਰ ਤੇ ਕੀ ਨੁਕਸਾਨ ਹੈ ਉਸ ਝਾੜ ਨਾਲ ਤੇ ਉਸ ਆਉਣ ਵਾਲੇ ਪੈਸਿਆਂ ਨਾਲ ਮਤਲਬ ਹੈਗਾ। ਜਦੋਂ ਕਿ ਗਿੱਲ ਸਾਹਿਬ, ਜਦੋਂ ਇਹਨਾਂ ਕੰਪਨੀਆਂ ਨੇ ਇਹ ਫਸਲਾਂ ਜਿਹੜੀਆਂ GMC ਇਹ ਸ਼ੁਰੂ ਕੀਤੀਆਂ, ਤੇ ਇਹਨਾਂ ਦਾ ਇੱਕ ਬਹੁਤ ਵੱਡਾ ਝੂਠ ਹੈ। ਇਹਨਾਂ ਦਾ ਝੂਠ ਸੀਗਾ ਕਿ ਜਿਹੜੀਆਂ ਰਵਾਇਤੀ ਫਸਲਾਂ ਆ ਉਹ ਖਤਰਨਾਕ ਆ। ਵੇਖੋ, ਜਦੋਂ ਕਿ ਰਵਾਇਤੀ ਫਸਲਾਂ ਜਿਹੜੀਆਂ ਆਈਆਂ, ਦੇਸੀ ਫਸਲਾਂ ਕਦੇ ਖਤਰਨਾਕ ਨਹੀਂ ਹੋਈਆਂ। ਦੂਜੀ ਗੱਲ ਸੀ ਵੀ ਉਹਦੇ ਵਿੱਚ ਜਿਹੜੇ ਆ ਤੱਤਾਂ ਦੀ ਮਾਤਰਾ ਘੱਟ ਹੋਊਗੀ, ਜਦੋਂ ਕਿ ਸਾਡੀ ਤਾਂ ਕਣਕ ਖਤਮ ਕਰਤੀ ਯਾਰ। ਸਾਡੀ ਜਿਹੜਾ ਪ੍ਰੋਟੀਨ ਸੀਗਾ ਸਾਡਾ ਉਹ ਖਤਮ ਕਰ ਦਿੱਤਾ ਇਹਨਾਂ ਨੇ, ਪ੍ਰੋਟੀਨ ਵਾਲੀ ਕਣਕ ਖਤਮ ਕਰਤੀ। ਹੁਣ ਸਾਡੀ ਰੋਟੀ ਟੁੱਟ ਜਾਂਦੀ ਆ, ਪਹਿਲਾਂ ਸਾਡੀ ਕਣਕ ਥੰਦੀ ਹੁੰਦੀ ਸੀ। ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਹੋਰ ਬਹੁਤ ਸਾਰੀਆਂ ਵਿੱਚ ਇਹੋ ਜਿਹੇ ਫੇਰ ਬਦਲ ਕਰਕੇ ਸਾਨੂੰ ਭਰਮਾ ਲਿਆ। ਅਗਲਾ ਇਹਨਾਂ ਨੇ ਕਿਹਾ ਵੀ ਤਾਂ ਝਾੜ ਵੱਧ ਹੋਊਗਾ, ਕੋਈ ਝਾੜ ਵੱਧ ਨਹੀਂ ਹੋਏਗਾ। ਮਤਲਬ ਇੰਨੇ ਭਰਮ ਭੁਲੇਖੇ ਸਾਨੂੰ ਪਾਏ ਗਏ ਹੈਗੇ ਆ, ਜਿਹੜੇ ਕਿ ਇੱਕ ਕੋਰਾ ਇਹਨਾਂ ਕੰਪਨੀਆਂ ਦਾ ਝੂਠ ਹੈਗਾ ਆ।
ਇਸ ਕਰਕੇ ਕਿਸਾਨ ਜਿਹੜੇ ਹੈਗੇ ਆ ਉਹਨਾਂ ਨੂੰ ਜਾਗਰੂਕ ਹੋਣਾ ਪਊਗਾ ਇਸ ਪ੍ਰਤੀ। ਜਿੰਨਾ ਚਿਰ ਪੰਜਾਬ ਦਾ ਕਿਸਾਨ ਜਾਗਰੂਕ ਨਹੀਂ ਹੁੰਦਾ ਗਿੱਲ ਸਾਹਿਬ, ਉਹਨਾਂ ਚਿਰ ਹੱਲ ਜਿਹੜਾ ਹੈ ਉਹ ਨਹੀਂ ਹੋ ਸਕਦਾ। ਤੁਹਾਡੀ ਜਿਹੜੀ ਆ ਉਹ ਬਿਲਕੁਲ ਦਰੁਸਤ ਆ। ਸੋ ਜੇਕਰ ਰੋਕਥਾਮ ਦੀ ਗੱਲ ਕੀਤੀ ਜਾਵੇ ਤਾਂ ਰੋਕਥਾਮ ਜਿਹੜੀ ਆ ਉਸ ਵਾਸਤੇ ਕੀ ਕੋਈ ਯਤਨ ਹੋ ਰਿਹਾ ਜਾਂ ਨਹੀਂ ਹੋ ਰਿਹਾ, ਜਾਂ ਕਿਵੇਂ ਇਹਨਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ? ਬਿਲਕੁਲ, ਜਿੱਥੋਂ ਤੱਕ ਰੋਕਥਾਮ ਦੀ ਸਵਾਲ ਆ ਤਾਂ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਸਾਡੀ ਤਰਾਸਦੀ ਹੈ ਪੰਜਾਬੀਆਂ ਦੀ ਕਿ ਪੰਜਾਬੀ ਜਿਹੜੇ ਹੈਗੇ ਆ ਹੋਰਾਂ ਕੰਮਾਂ ਦੇ ਵਿੱਚ ਤਾਂ ਅੱਗੇ ਹੋ ਜਾਂਦੇ ਆ। ਜੇ ਮੈਂ ਖੇਤੀ ਦੀ ਗੱਲ ਕਵਾਂ ਤੇ ਅੱਜ ਜਿਹੜੀ ਹੈਗੀ ਆ ਖੇਤੀ, ਜਿਹਦੇ ਬਾਰੇ ਹੁਣ ਕਿਹਾ ਜਾਂਦਾ ਕਿ ਜਿਹੜੀ ਕਦੇ ਉੱਤਮ ਖੇਤੀ ਹੁੰਦੀ ਸੀ ਉਹਨੂੰ ਨਖਿੱਧ ਖੇਤੀ ਹੋ ਗਈ ਆ। ਜੀ ਜੀ। ਨਖਿੱਧ ਖੇਤੀ ਇਸ ਕਰਕੇ ਵੀ ਹੋ ਗਈ ਆ ਕਿ ਸਾਡਾ ਜਿਹੜਾ ਕਿਸਾਨ ਹੈ ਜਾਂ ਸਾਡੇ ਕਿਸਾਨ ਯੂਨੀਅਨਾਂ ਹੈਗੀਆਂ ਆ, ਉਹ ਇਸ ਮਾਮਲੇ ਵਿੱਚ ਬਾਕੀ ਰੇੜਕੇ ਜਿਹੜੇ ਹੈਗੇ ਆ ਉਹਨਾਂ ਵਿੱਚ ਤਾਂ ਉਹ ਪੈ ਜਾਂਦੇ ਹੈਗੀਆਂ, ਮੁੱਦਿਆਂ ਵਿੱਚ ਆ ਜਾਂਦੀਆਂ ਹੈਗੀਆਂ। ਪਰ ਜੀਐਮ ਫਸਲਾਂ ਦੇ ਬਾਰੇ ਬਹੁਤ ਘੱਟ, ਆਟੇ 'ਚ ਲੂਣ ਬਰਾਬਰ ਲੋਕ ਆ ਜਿਹੜੇ ਇਸ ਬਾਰੇ ਜਾਣਦੇ ਹੋਣਗੇ। ਤੇ ਇੱਥੇ ਕੋਈ ਉਪਰਾਲਾ ਨਹੀਂ ਹੋ ਰਿਹਾ ਜੀਐਮ ਫਸਲਾਂ ਨੂੰ ਰੋਕਣ ਦਾ, ਕਿਉਂਕਿ ਗੱਲ ਇਹ ਆ ਕਿ ਪੰਜਾਬ ਦੀ ਧਰਤੀ ਉੱਤੇ ਚੋਰੀਆਂ ਜਿਹੜੇ ਹੈਗੇ ਆ ਉਹ ਫਸਲਾਂ ਇਹ ਬੀਜੀਆਂ ਜਾਂਦੀਆਂ ਹੈਗੀਆਂ। ਔਰ ਉਹਦੇ ਨਾਲ ਗਿੱਲ ਸਾਹਿਬ ਕੀ ਸੀਗਾ, ਇੱਥੇ ਇੱਕ ਮੈਂ ਗੱਲ ਜ਼ਰੂਰ ਵਿੱਚੋਂ ਛੱਡ ਕੇ ਮੈਂ ਉਹ ਦੱਸਣੀ ਚਾਹੂੰਗਾ ਕਿ ਜੀਐਮ ਫਸਲ ਤੇ ਸਾਡੀ ਦੇਸੀ ਫਸਲ 'ਚ ਇੱਕ ਫ਼ਰਕ ਇਹ ਵੀ ਹੈ। ਨਾਲ ਫ਼ਰਕ ਇਹ ਸੀਗਾ ਕਿ ਜੇ ਮੰਨ ਕੇ ਚਲੋ ਸਾਡੇ ਆਪਦੇ ਦੇਸੀ ਟਮਾਟਰ ਹੈ, ਤੁਸੀਂ ਦੇਸੀ ਟਮਾਟਰ ਜੈਵਿਕ ਤਰੀਕੇ ਨਾਲ ਤਿਆਰ ਕੀਤਾ ਹੋਇਆ, ਜਦੋਂ ਤੁਸੀਂ ਉਹਨੂੰ ਕੱਟ ਕੇ ਰੱਖੋ ਨਾ ਤੇ ਉਹ ਸਾਰਾ ਦਿਹਾੜੀ ਤਾਜ਼ਾ ਰਹਿੰਦਾ ਤੇ ਉਹ 'ਚੋਂ ਪਾਣੀ ਜਾਂ ਬਾਹਰ ਨਹੀਂ ਆਉਂਦਾ ਗਾ। ਜਦੋਂ ਕਿ ਹਾਈਬ੍ਰਿਡ ਜਾਂ ਇਸ ਟੈਕਨੀਕ ਨਾਲ ਤਿਆਰ ਹੋਇਆ ਜਿਹੜਾ ਟਮਾਟਰ ਆ ਉਹਦੀ ਚਮੜੀ ਕਰੜੀ ਹੋਊਗੀ, ਉਹਨੂੰ ਜਦੋਂ ਕੱਟੋਗੇ ਤੇ ਉਹ ਕੁਛ ਨੰਬਰ ਢਿੱਲਾ ਪੈ ਕੇ ਪਿਚਕ ਜਾਊਗਾ। ਇਹ ਉਹਦੀ ਸਥਿਤੀ ਬਣਦੀ। ਇਹ ਜੀਐਮ ਫਸਲਾਂ ਦੀ ਹਾਲਾਤ ਹੈ। ਹੁਣ ਜਿਹੜੇ ਪੰਜਾਬ ਦੇ ਵਿੱਚ ਬਿਜਵਾਈਆਂ ਜਾ ਰਹੀਆਂ ਹੈਗੀਆਂ, ਇਹਦੇ ਵਾਸਤੇ ਜਾਗਰੂਕ ਨਹੀਂ ਹੈਗੇ ਅਸੀਂ, ਕਿਸਾਨ ਜਾਗਰੂਕ ਨਹੀਂ ਹੈਗਾ, ਖੇਤੀਬਾੜੀ ਅਗਾਂਹ ਨਹੀਂ ਕਰਦੀ ਯੂਨੀਵਰਸਿਟੀ, ਕਿਉਂਕਿ ਯੂਨੀਵਰਸਿਟੀ ਵਿੱਚ ਵੀ ਇਹੋ ਜਿਹੀਆਂ ਗਿਰਜਾਂ ਬੈਠੀਆਂ ਹੋਈਆਂ ਆ। ਮੈਂ ਸਪਸ਼ਟ ਹਾਂ ਇੱਕ ਪੰਜਾਬੀ ਹੋਣ ਦੇ ਨਾਤੇ ਕਿ ਇਹੋ ਜਿਹੀਆਂ ਗਿਰਜਾਂ ਬੈਠੀਆਂ ਹੋਈਆਂ ਜਿਹੜੀਆਂ ਵਿਕੀਆਂ ਹੋਈਆਂ, ਉਹਨਾਂ ਦਾ ਜ਼ਮੀਰ ਮਰ ਚੁੱਕਿਆ, ਉਹ ਵਿਕ ਚੁੱਕੇ ਹੈਗੇ ਇਹਨਾਂ ਵੱਡੀਆਂ ਕੰਪਨੀਆਂ ਵਾਲੇ ਕੋਲੇ। ਉਹ ਜੋ ਚਾਹਣਗੇ ਉਹੀ ਕਿਸਾਨ ਤੱਕ ਪੁੱਜੂਗਾ, ਜੋ ਉਹ ਉੱਥੋਂ ਦੱਸਣਗੇ, ਸੁਨੇਹਾ ਦੇਣਗੇ, ਕਿਸਾਨਾਂ ਨੇ ਉਹੀ ਅਪਣਾਉਣਾ ਹੈਗਾ। ਕਿਸਾਨ ਮੇਲੇ ਲੱਗਦੇ ਆ ਪਰ ਕਦੇ ਇਹਨਾਂ ਫਸਲਾਂ ਬਾਰੇ ਨਹੀਂ ਦੱਸਿਆ ਜਾਂਦਾ, ਸਗੋਂ ਉਹਨਾਂ ਦੀਆਂ ਵਡਾਈਆਂ ਦੱਸੀਆਂ ਜਾਂਦੀਆਂ। ਪੰਜਾਬ ਦੀ ਧਰਤੀ ਉੱਤੇ ਹੀ ਇਹ ਖਿਲਵਾੜ ਹੋ ਰਿਹਾ ਗਿੱਲ ਸਾਹਿਬ। ਦੇਖੋ ਪੰਜਾਬ ਸਟੇਟ ਹੀ ਇੱਕ ਸਟੇਟ ਆ ਪੂਰੇ ਹਿੰਦੁਸਤਾਨ ਦੇ ਵਿੱਚ ਬੀਟੀ ਜਿਹਦੀ ਮੈਂ ਗੱਲ ਕਰਾਂ ਫਸਲਾਂ ਦੀ, ਜੀਐਮ ਫਸਲਾਂ ਦੀ, ਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਆ ਉੱਥੇ ਬਜਵਾਉਣ ਨੂੰ ਇਹ ਕਾਲੇ ਪਏ ਹੁੰਦੇ ਆ, ਪਰ ਪੂਰੇ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਮਾਨਤਾ ਨਹੀਂ ਮਿਲੀ। ਔਰ ਇੱਕ ਗੱਲ ਨਾਲ ਜੁੜਦੀ ਹੋਰ ਵੀ ਆ, ਸਾਡੀ ਹੁਣ ਸਰੋਂ ਤੇ ਆ ਗਏ। ਸਾਡੇ ਜਿਹੜੇ ਦੇਸੀ ਸਰੋਂ ਸੀ, ਸਰੋਂ ਦਾ ਅਸੀਂ ਸਾਗ ਖਾਂਦੇ ਸੀਗੇ। ਹੁਣ ਮੰਨ ਕੇ ਚੱਲੋ ਜਿਹੜਾ ਹੁਣ ਤੌੜੀਆਂ 'ਚ ਅਸੀਂ ਸਾਗ ਧਰ ਕੇ ਖਾਂਦੇ ਸੀ, ਕੱਲ੍ਹ ਨੂੰ ਜੇ ਜੀਐਮ ਸਰੋਂ ਸਾਡੇ ਇੱਥੇ ਆ ਗਈ ਤੇ ਸਾਡਾ ਬਣੂਗਾ ਕੀ? ਕਿ ਅਸੀਂ ਖਾਵਾਂਗੇ ਜ਼ਹਿਰ ਨਾਲ ਭਰੀ ਹੋਈ ਸਰੋਂ, ਜਾਂ ਉਹਦੇ ਵਿੱਚੋਂ ਤੇਲ ਕੱਢਾਂਗੇ ਜਿਹੜਾ ਅਸੀਂ ਸਾਰੀ ਉਮਰ ਵਰਤਣਾ, ਅਸੀਂ ਖਾਣਿਆਂ 'ਚ ਵਰਤਣਾ। ਯਾਨੀ A to Z ਪੰਜਾਬ ਨੂੰ ਤੇ ਪੰਜਾਬੀਆਂ ਨੂੰ ਮਾਰਨ ਦੀ ਇੱਕ ਬਹੁਤ ਵੱਡੀ ਜਿਹੜੀ ਸਾਜ਼ਿਸ਼ ਹੈ ਉਹ ਵੀ ਹੋ ਰਹੀ ਹੈ। ਔਰ ਸੈਂਟਰ ਕਿਉਂ ਬੋਲੂਗਾ ਇਸ ਮਾਮਲੇ 'ਚ? ਸਾਨੂੰ ਤਾਂ ਪਹਿਲਾਂ ਖਤਮ ਕਰਨ ਤੇ ਤੁਲੇ ਹੋਏ ਆ। ਸੋ ਬਿਲਕੁਲ ਇੱਕ ਬੜਾ ਅੱਛਾ ਵਿਸ਼ਾ ਸੀਗਾ ਜਿਸ ਦੇ ਸੰਬੰਧ ਦੇ ਵਿੱਚ ਅਸੀਂ ਦੇਸ਼ ਵਿਦੇਸ਼ ਦੇ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਜਿਹੜੀ ਆ ਉਹ ਦਿੱਤੀ ਆ ਕਿ ਪੰਜਾਬ ਨਾਲ ਕਿਸ ਕਦਰ, ਕਿਸ ਤਰੀਕੇ ਨਾਲ, ਕਿਵੇਂ ਸਾਜ਼ਿਸ਼ਾਂ ਜਿਹੜੀਆਂ ਆ ਉਹ ਹੋ ਰਹੀਆਂ ਨੇ। ਜਿੱਥੇ ਅਸੀਂ ਨਸ਼ੇ ਨੂੰ ਲੈ ਕੇ ਚਿੰਤਤ ਹੈਗੇ ਆ, ਪੰਜਾਬ ਦੇ ਪਾਣੀਆਂ ਨੂੰ ਲੈ ਕੇ ਚਿੰਤਤ ਹੈਗੇ ਆ, ਉਸ ਦੇ ਨਾਲ ਨਾਲ ਅਜਿਹੀਆਂ ਫਸਲਾਂ ਜਿਹੜੀਆਂ ਆ ਉਹ ਸਾਡੀ ਉਸ ਜ਼ਰਖੇਜ਼ ਧਰਤੀ ਦੇ ਉੱਤੇ ਉਗਾਈਆਂ ਜਾ ਰਹੀਆਂ ਆ ਜਿੱਥੇ ਉਹ ਸਾਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਧਰਤੀ ਨੂੰ ਵੀ ਕਈ ਤਰ੍ਹਾਂ ਦੇ ਨੁਕਸਾਨ ਜਿਹੜੇ ਆ ਉਹ ਪਹੁੰਚਾ ਰਹੀਆਂ ਆ। ਸੋ ਡਾਕਟਰ ਕਵਲਜੀਤ ਸਿੰਘ ਸਿੱਧੂ ਹੋਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਾਂਗੇ ਤੇ ਇਸ ਪ੍ਰੋਗਰਾਮ ਦੀ ਫੀਡਬੈਕ ਵੀ ਤੁਸੀਂ ਸਾਨੂੰ ਜ਼ਰੂਰ ਦੇਣਾ। ਸੋ ਇੱਥੇ ਹੀ ਬੁਲਾਉਂਦੇ ਹਾਂ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।